स्वागत है ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਆਪਣੇ ਛੋਟੇ ਜਿਹੇ ਘਰ ਦੇ ਬਾਹਰ ਲੋਹੇ ਦੇ ਗੇਟ ਨਾਲ ਲੱਗ ਕੇ ਖੜੀ 62 ਸਾਲ ਦੀ ਮਮਤਾ ਦੇਵੀ ਦੀਆਂ ਅੱਖਾਂ ਬੇਚੈਨੀ ਨਾਲ ਲਗਾਤਾਰ ਸੜਕ ਵੱਲ ਦੇਖ ਰਹੀਆਂ ਸਨ। ਅੱਖਾਂ 'ਚ ਬੇਵਸੀ ਤੇ ਹੱਥਾਂ 'ਚ 2 ਚਾਕਲੇਟ ਲੈ ਕੇ ਬੇਸਬਰੀ ਨਾਲ ਕਿਸੇ ਦੇ ਆਉਣ ਦੀ ਉਡੀਕ ਕਰ ਰਹੀ ਸੀ। ਐਨੇ 'ਚ ਇੱਕ ਆਟੋ ਰਿਕਸ਼ਾ ਕੋਲੋਂ ਲੰਘ ਰਿਹਾ ਸੀ। ਮਮਤਾ ਜੀ ਉਤਸ਼ਾਹ ਨਾਲ ਗੇਟ ਦਾ ਸਹਾਰਾ ਛੱਡ ਕੇ ਜਿਵੇਂ ਹੀ ਅੱਗੇ ਵਧਣ ਲੱਗੀ ਤਾਂ ਆਟੋ ਰਿਕਸ਼ਾ ਤੇਜ਼ੀ ਨਾਲ ਅੱਗੇ ਨਿਕਲ ਗਿਆ। ਉਹ ਵਿਚਾਰੀ ਨਿਰਾਸ਼ ਹੋ ਕੇ ਵਾਪਸ ਗੇਟ ਦੇ ਸਹਾਰੇ ਖੜੀ ਹੋ ਗਈ। ਐਨੇ 'ਚ ਇੱਕ ਦੂਜਾ ਆਟੋ ਰਿਕਸ਼ਾ ਸਾਹਮਣੇ ਆ ਕੇ ਰੁਕਿਆ। ਅਚਾਨਕ ਮਮਤਾ ਜੀ ਦੀਆਂ ਬੁੱਢੀਆਂ ਅੱਖਾਂ ਚਮਕ ਤੇ ਚਿਹਰੇ ਤੇ ਮੁਸਕਾਨ ਆ ਗਈ ਤੇ ਤੁਰੰਤ ਆਪਣੇ ਗੋਡਿਆਂ ਦੇ ਦਰਦ ਨੂੰ ਭੁੱਲ ਕੇ ਤੇਜ਼ੀ ਨਾਲ ਉਸ ਆਟੋ ਰਿਕਸ਼ਾ ਵੱਲ ਵਧੀ। ਦਾਦੀ ਮਾਂ ਆਟੋ ਰਿਕਸ਼ਾ 'ਚ ਬੈਠੇ ਬੱਚਿਆਂ ਨੇ ਖੁਸ਼ੀ ਨਾਲ ਰੋਲਾ ਪਾਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਆਵਾਜ਼ ਸੁਣਦੇ ਹੀ ਮਮਤਾ ਜੀ ਦਾ ਚਿਹਰਾ ਖਿੜ ਉੱਠਿਆ। ਓਏ ਮੇਰੇ ਪਿਆਰੇ ਬੱਚਿਓ, ਆਉਂਦੀ ਹਾਂ। ਉਤਸ਼ਾਹ ਨਾਲ ਭਰੀ ਮਮਤਾ ਜੀ ਬੋਲਣ ਲੱਗੀ ਤੇ ਆਟੋ ਰਿਕਸ਼ਾ 'ਚ ਬੈਠੇ ਦੋਵੇਂ ਬੱਚਿਆਂ ਨਾਲ ਚਿੰਬੜ ਗਈ। ਰੋਜ਼ਾਨਾ ਵਾਂਗ ਮਮਤਾ ਦੇ ਪਿਆਰ ਦਾ ਝਰਨਾ ਵਹਿਣ ਲੱਗਿਆ। ਉਹ ਦੋਵੇਂ ਬੱਚੇ ਉਸਦੇ ਪੋਤਾ ਪੋਤੀ ਹਨ। ਇਹ ਸਮਾਂ ਹੁੰਦਾ ਹੈ ਜਦੋਂ ਉਹਨਾਂ ਦੀ ਦਾਦੀ ਮਾਂ ਉਹਨਾਂ ਨੂੰ ਮਿਲਦੀ ਹੈ। ਦਾਦੀ ਮਾਂ ਨੇ ਵਾਰੀ-ਵਾਰੀ ਦੋਵਾਂ ਦਾ ਮੱਥਾ ਚੁੰਮਿਆ, ਉਹਨਾਂ ਦੇ ਸਿਰ ਪਲੋਸੇ ਤੇ ਫਿਰ ਉਹਨਾਂ ਨਾਲ ਲਿਪਟ ਗਈ। ਜਦੋਂ ਤੱਕ ਇਸ ਤਰ੍ਹਾਂ 4-5 ਵਾਰ ਨਾ ਕਰ ਲੈਂਦੀ, ਉਸ ਦੇ ਦਿਲ ਨੂੰ ਸੰਤੁਸ਼ਟੀ ਨਹੀਂ ਮਿਲਦੀ ਸੀ। ਆਟੋ ਡਰਾਈਵਰ ਹਮੇਸ਼ਾ ਇਸ ਅਨੋਖੇ ਮਿਲਨ ਦਾ ਗਵਾਹ ਬਣਦਾ ਸੀ। ਦਾਦੀ ਮਾਂ ਦੀ ਮਮਤਾ ਤੇ ਬੱਚਿਆਂ ਦਾ ਆਪਣੀ ਦਾਦੀ ਲਈ ਪਿਆਰ ਦੇਖ ਕੇ ਉਹ ਜਿਵੇਂ ਪੂਰਾ ਸੁੱਖ ਪ੍ਰਾਪਤ ਕਰ ਲੈਂਦਾ ਸੀ। ਅਕਸਰ ਇਹ ਦ੍ਰਿਸ਼ ਦੇਖ ਕੇ ਉਸ ਦੀਆਂ ਅੱਖਾਂ ਭਰ ਆਉਂਦੀਆਂ ਸਨ। ਜਦੋਂ ਵੀ ਬੱਚਿਆਂ ਦੀ ਸਕੂਲੋਂ ਛੁੱਟੀ ਹੁੰਦੀ ਸੀ ਤਾਂ ਉਹ ਆਟੋ ਰਿਕਸ਼ਾ ਲੈ ਕੇ ਇਸੇ ਰਸਤੇ 'ਚੋਂ ਆਉਂਦਾ ਸੀ ਤੇ ਦਾਦੀ ਮਾਂ ਕਦੇ ਇਹ ਅਨਮੋਲ ਪਲ ਗਵਾਉਣਾ ਨਹੀਂ ਚਾਹੁੰਦੀ ਸੀ। ਇੱਕ ਦਿਨ ਬੱਚਿਆਂ ਨੂੰ ਚੁੰਮਦੇ ਹੋਏ ਦਾਦੀ ਮਾਂ ਦਾ ਧਿਆਨ ਆਟੋ ਡਰਾਈਵਰ ਵੱਲ ਗਿਆ, ਜੋ ਉਸ ਨੂੰ ਪੋਤਾ ਪੋਤੀ ਦੇ ਪਿਆਰ ਲੁਟਾਉਂਦੇ ਦੇਖ ਰਿਹਾ ਸੀ। ਮਮਤਾ ਜੀ ਡਰਾਈਵਰ ਤੋਂ ਪੁੱਛ ਬੈਠੀ ਕਿ ਭਾਈ ਤੂੰ ਕਦੇ ਆਪਣਾ ਨਾਂ ਨਹੀਂ ਦੱਸਿਆ। ਡਰਾਈਵਰ ਨੇ ਕਿਹਾ ਕਿ ਮਾਂ ਜੀ ਮੇਰਾ ਨਾਮ ਮਹੇਸ਼ ਹੈ। ਡਰਾਈਵਰ ਨੇ ਨਾਂ ਦੱਸਿਆ ਤਾਂ ਮਮਤਾ ਜੀ ਅਚਾਨਕ ਹੈਰਾਨ ਹੋ ਗਈ। ਉਹਨਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਫਿਰ ਭਾਵੁਕ ਹੋ ਕੇ ਬੋਲੀ ਕਿ ਇਹ ਤਾਂ ਇਹਨਾਂ ਦੋਵਾਂ ਬੱਚਿਆਂ ਦੇ ਦਾਦਾ ਜੀ ਦਾ ਨਾਂ ਸੀ। ਬਹੁਤ ਰੋਬ ਹੁੰਦਾ ਸੀ ਉਹਨਾਂ ਦਾ, ਪਰ ਹੁਣ ਕਿੱਥੇ ਹੈ, ਚਲੇ ਗਏ ਮੈਨੂੰ ਇਕੱਲੀ ਨੂੰ ਛੱਡ ਕੇ। ਕਹਿੰਦੇ ਕਹਿੰਦੇ ਮਮਤਾ ਜੀ ਦਾ ਗਲਾ ਭਰ ਆਇਆ। ਹੁਣ ਚੱਲਦਾ ਹਾਂ ਮਾਂ ਜੀ, ਬੱਚਿਆਂ ਨੂੰ ਛੱਡਣਾ ਹੈ। ਆਟੋ ਡਰਾਈਵਰ ਕਹਿਣ ਲੱਗਿਆ, ਹਾਂ ਬੇਟਾ, ਸ਼ਾਇਦ ਪਿਛਲੇ ਜਨਮ 'ਚ ਮੈਂ ਕੋਈ ਨੇਕ ਕੰਮ ਕੀਤੇ ਹੋਣਗੇ ਤਾਂ ਹੀ ਤਾਂ ਤੂੰ ਮਿਲ ਗਿਆ। ਮੈਨੂੰ ਜੋ ਇੰਨਾ ਧਿਆਨ ਰੱਖਦਾ ਹੈ ਮੇਰਾ। ਮਮਤਾ ਜੀ ਨੇ ਉਸ ਦੇ ਸਿਰ ਤੇ ਪਿਆਰ ਨਾਲ ਹੱਥ ਰੱਖਿਆ ਤੇ ਢੇਰ ਸਾਰੀਆਂ ਦੁਆਵਾਂ ਦੇ ਦਿੱਤੀਆਂ। ਆਟੋ ਡਰਾਈਵਰ ਨੇ ਭਿੱਜੀਆਂ ਅੱਖਾਂ ਨਾਲ ਇੱਕ ਹਲਕੀ ਜਿਹੀ ਮੁਸਕਰਾਹਟ ਦਿੱਤੀ। ਮਮਤਾ ਜੀ ਅੱਖਾਂ 'ਚ ਆਉਂਦੇ ਹੰਝੂ ਆਪਣੀ ਚੁੰਨੀ ਦੇ ਪੱਲੇ ਨਾਲ ਪੂੰਝਦੀ ਹੋਈ ਘਰ ਦੇ ਅੰਦਰ ਚਲੀ ਗਈ। ਜਿਸ ਦਿਨ ਬੱਚਿਆਂ ਦਾ ਸਕੂਲ ਬੰਦ ਰਹਿੰਦਾ ਸੀ, ਦਾਦੀ ਮਾਂ ਲਈ ਇੱਕ ਪਲ ਕੱਟਣਾ ਮੁਸ਼ਕਲ ਹੁੰਦਾ ਸੀ। ਕਦੇ-ਕਦੇ ਤਾਂ ਛੁੱਟੀ ਦੇ ਦਿਨ ਵੀ ਇੱਕ ਘੰਟਾ ਗੇਟ ਤੇ ਖੜੀ ਰਹਿੰਦੀ ਸੀ ਤੇ ਫਿਰ ਵੀ ਆਟੋ ਰਿਕਸ਼ਾ ਨਹੀਂ ਆਉਂਦੀ ਸੀ ਤਾਂ ਉਹ ਸਮਝ ਜਾਂਦੀ ਸੀ ਕਿ ਅੱਜ ਸਕੂਲ ਛੁੱਟੀ ਹੋਵੇਗੀ। ਆਟੋ ਡਰਾਈਵਰ ਹਮੇਸ਼ਾ ਇਹ ਸੋਚਦਾ ਰਹਿੰਦਾ ਕਿ ਪਤਾ ਨਹੀਂ ਵਿਚਾਰੀ ਮਾਂ ਜੀ ਦੇ ਜੀਵਨ 'ਚ ਕਿਹੋ ਜਿਹੇ ਤੂਫਾਨ ਆਏ ਹੋਣਗੇ, ਜਿਨ੍ਹਾਂ ਕਰਕੇ ਉਹ ਅਜਿਹੇ ਹਾਲਾਤ 'ਚ ਆ ਖੜੀ ਹੈ। ਜਦੋਂ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤਾਂ ਇਹ ਸੋਚ ਕੇ ਕਿ ਕਿਤੇ ਮਾਂ ਜੀ ਬੱਚਿਆਂ ਦੀ ਉਡੀਕ ਕਰਦੀ ਗੇਟ ਤੇ ਹੀ ਨਾ ਖੜੀ ਰਹੇ, ਆਟੋ ਡਰਾਈਵਰ ਮਹੇਸ਼ ਮਮਤਾ ਜੀ ਨੂੰ ਦੱਸਣ ਆ ਗਿਆ। ਉਸ ਦਿਨ ਮਹੇਸ਼ ਨੂੰ ਜਾਣ ਦੀ ਕਾਹਲ ਨਹੀਂ ਸੀ ਤੇ ਮਮਤਾ ਜੀ ਕੋਲ ਤਾਂ ਫੁਰਸਤ ਹੀ ਫੁਰਸਤ ਸੀ ਆਪਣਾ ਹਾਲ ਚਾਲ ਦੱਸਣ ਲਈ। ਸੋ ਉਸ ਦਿਨ ਉਹਨਾਂ ਦੇ ਅੰਦਰ ਬੁਲਾਉਣ ਤੇ ਮਹੇਸ਼ ਉਹਨਾਂ ਦੇ ਘਰ ਦੇ ਅੰਦਰ ਚਲਾ ਗਿਆ ਤੇ ਘਰ ਦੇ ਛੋਟੇ ਜਿਹੇ ਵਿਹੜੇ 'ਚ ਡਏ ਲੱਕੜ ਦੇ ਤਖਤ ਤੇ ਬੈਠ ਗਿਆ। ਉਸ ਤਖਤ ਤੇ ਮੋਟਾ ਜਿਹਾ ਗੱਦਾ ਪਿਆ ਸੀ, ਕੋਲ ਪਾਣੀ ਨਾਲ ਭਰੀ ਤਾਂਬੇ ਦੀ ਗੜਵੀ ਰੱਖੀ ਹੋਈ ਸੀ ਤੇ 2-4 ਧਾਰਮਿਕ ਪੁਸਤਕਾਂ, ਜਿਨ੍ਹਾਂ ਨੂੰ ਸ਼ਾਇਦ ਉਹ ਇਕੱਲੇ ਬੈਠ ਕੇ ਪੜ੍ਹ ਲੈਂਦੀ ਹੋਵੇਗੀ। ਗੱਲਬਾਤ ਕਰਨ ਜਾਂ ਦਿਲ ਬਹਿਲਾਉਣ ਲਈ ਘਰ 'ਚ ਹੋਰ ਕੋਈ ਸੀ ਵੀ ਤਾਂ ਨਹੀਂ ਉਹਨਾਂ ਕੋਲ। ਕੁਝ ਦਿਨ ਬੱਚਿਆਂ ਨੂੰ ਨਹੀਂ ਮਿਲ ਸਕੇਗੀ, ਇਹ ਸੋਚ ਕੇ ਮਮਤਾ ਜੀ ਦਾ ਮਨ ਨਿਰਾਸ਼ਾ ਤੇ ਉਦਾਸੀ ਨਾਲ ਭਰ ਗਿਆ। ਫਿਰ ਮਹੇਸ਼ ਕੋਲ ਆ ਕੇ ਤਖਤ ਤੇ ਬੈਠ ਗਈ ਤੇ ਹਾਲ ਚਾਲ ਪੁੱਛਣ ਲੱਗੀ। ਦੇਖਦੇ ਹੀ ਦੇਖਦੇ ਉਹਨਾਂ ਦੇ ਅਤੀਤ ਦੀ ਪੀੜ ਆਪਣੇ ਆਪ ਹੀ ਉਹਨਾਂ ਦੇ ਸ਼ਬਦਾਂ 'ਚ ਆ ਗਈ ਤੇ ਬੋਲਦੀ ਗਈ। ਕਦੇ ਇਸ ਘਰ 'ਚ ਬਹੂ ਬਣ ਕੇ ਆਈ ਸੀ, ਫਿਰ ਮਾਂ ਬਣੀ ਤੇ ਫਿਰ ਦਾਦੀ ਮਾਂ।
ਕਦੇ ਮੈਂ ਇਸ ਹਰੇ ਭਰੇ ਘਰ ਦੀ ਜਾਣ ਹੁੰਦੀ ਸੀ, ਪਰ ਪਤੀ ਦੀ ਮੌਤ ਦੇ ਨਾਲ-ਨਾਲ ਸਭ ਕੁਝ ਬਦਲਣ ਲੱਗਾ। ਮਾਨ ਸਨਮਾਨ ਤੇ ਪੁਰਾਣੀਆਂ ਯਾਦਾਂ। ਅਜਿਹਾ ਕਹਿੰਦੇ ਕਹਿੰਦੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ। ਮਹੇਸ਼ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਮਾਂ ਜੀ ਪਰੇਸ਼ਾਨ ਨਾ ਹੋਵੋ, ਕਿਸਮਤ ਕਿਸ ਨੂੰ ਕੀ ਰੰਗ ਦਿਖਾਵੇਗੀ ਕੋਈ ਨਹੀਂ ਜਾਣਦਾ। ਇਸ ਲਈ ਕਹਿੰਦੇ ਹਨ ਕਿ ਜਿੱਥੇ ਮਾਲਕ ਰੱਖਦਾ ਹੈ ਉੱਥੇ ਰਹਿਣਾ ਚਾਹੀਦਾ ਹੈ। ਫਿਰ ਮਮਤਾ ਜੀ ਬੋਲੀ, ਕਹਿਣਾ ਤਾਂ ਬਹੁਤ ਸੌਖਾ ਹੈ ਬੇਟਾ, ਪਤਾ ਹੈ ਮੇਰਾ ਬੇਟਾ ਬਹੁਤ ਹੀ ਹੋਣਹਾਰ ਤੇ ਆਗਿਆਕਾਰੀ ਸੀ। ਮੈਂ ਹਮੇਸ਼ਾ ਕਹਿੰਦੀ ਸੀ ਕਿ ਅਜਿਹਾ ਬੇਟਾ ਤਾਂ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ। ਪੜ੍ਹੀ ਲਿਖੀ ਤੇ ਚੰਗੇ ਘਰ ਦੀ ਲੜਕੀ ਖੁਸ਼ੀ ਨੂੰ ਬਹੂ ਬਣਾ ਕੇ ਲੈ ਕੇ ਆਈ ਸੀ। ਮੈਨੂੰ ਲੱਗਿਆ ਕਿ ਜਿਵੇਂ ਮੇਰੇ ਨਸੀਬ ਨੂੰ ਚਾਰ ਚੰਦ ਲੱਗ ਗਏ ਹੁਣ। ਆਂਢ ਗੁਆਂਢ ਦੇ ਲੋਕ ਵੀ ਜਦੋਂ ਬਹੂ ਨੂੰ ਦੇਖਣ ਆਉਂਦੇ ਤਾਂ ਉਸ ਦੀ ਸੁੰਦਰਤਾ ਦੇਖਦੇ ਹੀ ਰਹਿ ਜਾਂਦੇ। ਮੈਂ ਮਾਣ ਨਾਲ ਕਹਿੰਦੀ ਸੀ ਕਿ ਮੇਰੀ ਬਹੂ ਤਾਂ ਖਰਾ ਸੋਨਾ ਹੈ, ਇੰਨੀ ਪੜ੍ਹੀ ਲਿਖੀ ਬਹੂ ਤਾਂ ਪੂਰੇ ਮੁਹੱਲੇ 'ਚ ਨਹੀਂ ਹੋਵੇਗੀ। ਮੈਂ ਵੀ ਬਹੁਤ ਪਿਆਰ ਦਿੱਤਾ ਆਪਣੀ ਬਹੂ ਨੂੰ। ਵਿਆਹ ਤੋਂ ਬਾਅਦ ਬੇਟੇ ਨੂੰ ਵੀ ਨੌਕਰੀ 'ਚ ਤਰੱਕੀ ਮਿਲ ਗਈ, ਵਾਧੂ ਤਨਖਾਹ ਲੈਣ ਲੱਗਿਆ ਤਾਂ ਇੱਕ ਚੰਗੀ ਕਲੋਨੀ 'ਚ ਵਧੀਆ ਜਿਹਾ ਫਲੈਟ ਖਰੀਦ ਲਿਆ। ਮੈਂ ਵੀ ਬਹੁਤ ਚਾਅ ਨਾਲ ਚੱਲ ਪਈ ਬੇਟੇ ਤੇ ਬਹੂ ਨਾਲ। ਕੁਝ ਸਮੇਂ ਤੱਕ ਤਾਂ ਸਭ ਕੁਝ ਚੰਗਾ ਸੀ, ਪਰ ਫਿਰ ਅਚਾਨਕ ਪਾਲਸਾ ਪਲਟਣ ਲੱਗਿਆ। ਚੰਨ ਵਰਗੀ ਬਹੂ ਕਦੋਂ ਜਵਾਲਾਮੁਖੀ 'ਚ ਬਦਲ ਗਈ ਪਤਾ ਹੀ ਨਹੀਂ ਲੱਗਿਆ ਤੇ ਬੇਟਾ ਵੀ ਛੋਟੀ ਛੋਟੀ ਗੱਲ ਤੇ ਝਿੜਕਣ ਲੱਗਿਆ। ਪਰ ਅੱਜ ਤੱਕ ਮੈਨੂੰ ਪਤਾ ਨਹੀਂ ਲੱਗਿਆ ਕਿ ਆਖਰ ਮੇਰੀ ਗਲਤੀ ਕੀ ਸੀ। ਘਰ ਦੀ ਮੁਖੀਆ ਹੋਣ ਦੇ ਨਾਤੇ ਮੈਂ ਬਸ ਇਹ ਚਾਹੁੰਦੀ ਸੀ ਕਿ ਮੇਰੇ ਬੱਚੇ ਮੇਰੇ ਅਨੁਭਵ ਤੋਂ ਕੁਝ ਸਿੱਖਿਆ ਲੈਣ, ਪਰ ਮੇਰਾ ਤਾਂ ਕਿਸੇ ਵੀ ਗੱਲ 'ਚ ਬੋਲਣਾ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਉਹ ਸਿਰਫ ਇਹੀ ਚਾਹੁੰਦੇ ਸਨ ਕਿ ਮੈਂ ਚੁੱਪ ਕਰਕੇ ਦੋ ਰੋਟੀਆਂ ਖਾ ਲਵਾਂ, ਪਰ ਕਿਸੇ ਗੱਲ ਤੇ ਆਪਣੀ ਰਾਏ ਨਾ ਦੇਵਾਂ। ਬਹੂ ਆਏ ਦਿਨ ਪਾਰਟੀਆਂ 'ਚ ਜਾਂਦੀ ਰਹਿੰਦੀ ਸੀ। ਇੱਕ ਦਿਨ ਹੱਦ ਤਾਂ ਉਦੋਂ ਹੋ ਗਈ ਜਦੋਂ ਰਾਤ ਦੇ 11 ਵਜੇ ਤੱਕ ਵੀ ਬਹੂ ਆਪਣੀ ਕਿੱਟੀ ਪਾਰਟੀ ਤੋਂ ਵਾਪਸ ਨਾ ਆਈ। ਬਰਾਂਡੇ 'ਚ ਖੜਾ ਮੇਰਾ ਬੇਟਾ ਵੀ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ ਤੇ ਉਸਦੇ ਚਿਹਰੇ ਤੇ ਬੇਚੈਨੀ ਸੀ। ਉਸ ਸਮੇਂ ਸਕੂਟੀ ਦਾ ਹਾਰਨ ਸੁਣਾਈ ਦਿੱਤਾ। ਜਦੋਂ ਖੁਸ਼ੀ ਨੂੰ ਘਰ ਦੇ ਗੇਟ ਦੇ ਬਾਹਰ ਦੇਖਿਆ ਤਾਂ ਜਾਨ 'ਚ ਜਾਨ ਆਈ ਸੀ ਸਾਡੇ ਦੋਵਾਂ ਮਾਂ ਪੁੱਤਾਂ ਦੇ। ਬਹੂ ਘਰ ਦੇ ਅੰਦਰ ਆਈ ਤਾਂ ਮੈਥੋਂ ਰਿਹਾ ਨਾ ਗਿਆ ਤੇ ਮੈਂ ਬਹੂ ਨੂੰ ਟੋਕ ਦਿੱਤਾ ਕਿ ਇੰਨੀ ਰਾਤ ਤੱਕ ਬਾਹਰ ਰਹਿਣਾ ਚੰਗੀ ਗੱਲ ਨਹੀਂ ਹੈ। ਚੰਗੇ ਘਰ ਦੀ ਬਹੂ ਨੂੰ ਇਹ ਸ਼ੋਭਾ ਨਹੀਂ ਦਿੰਦਾ ਤੇ ਫਿਰ ਜ਼ਮਾਨੇ ਦਾ ਹਾਲ ਤਾਂ ਤੂੰ ਜਾਣਦੀ ਹੈ। ਮੇਰਾ ਇੰਨਾ ਕਹਿਣ ਦੀ ਦੇਰ ਸੀ ਕਿ ਖੁਸ਼ੀ ਨੇ ਤੂਫਾਨ ਖੜਾ ਕਰ ਦਿੱਤਾ। ਜੋ ਉਸਨੇ ਮੈਨੂੰ ਕਿਹਾ ਮੈਂ ਦੱਸ ਨਹੀਂ ਸਕਦੀ। ਬਹੂ ਰੁੱਸ ਕੇ ਆਪਣੇ ਕਮਰੇ ਚਲੀ ਗਈ ਤੇ ਉਸ ਤੋਂ ਬਾਅਦ ਮੇਰਾ ਆਪਣਾ ਬੇਟਾ ਵਿਨੇ ਵੀ ਉਸ ਨੂੰ ਸਮਝਾਉਣ ਦੀ ਥਾਂ ਮੈਨੂੰ ਹੀ ਬੋਲਣ ਲੱਗਿਆ। ਪਰ ਮੈਨੂੰ ਸਮਝ ਨਾ ਆਇਆ ਕਿ ਮੈਂ ਕਿੱਥੇ ਗਲਤ ਸੀ। ਬਹੂ ਤਾਂ ਮੇਰੇ ਘਰ ਦੀ ਇੱਜ਼ਤ ਸੀ ਨਾ, ਉਸ ਨੂੰ ਇਸ ਤਰ੍ਹਾਂ ਸੜਕ ਤੇ ਨਹੀਂ ਆਉਣ ਦੇਣਾ ਚਾਹੁੰਦੀ ਸੀ। ਉਸ ਰਾਤ ਦੋਵਾਂ ਨੇ ਖਾਣਾ ਨਹੀਂ ਖਾਧਾ। ਕਈ ਦਿਨਾਂ ਤੱਕ ਉਹ ਦੋਵੇਂ ਮੇਰੇ ਵਿਵਹਾਰ ਕਰਕੇ ਉਖੜੇ ਰਹੇ। ਵਿਨੇ ਤਾਂ ਹਮੇਸ਼ਾ ਬਹੂ ਦਾ ਹੀ ਪੱਖ ਲੈਂਦਾ ਸੀ, ਪਰ ਇਹ ਕਦੇ ਨਹੀਂ ਸੋਚਦਾ ਸੀ ਕਿ ਕੋਈ ਮਾਂ ਆਪਣੇ ਬੱਚਿਆਂ ਦਾ ਬੁਰਾ ਚਾਹੇਗੀ। ਬੇਟੇ ਤੇ ਬਹੂ ਦੇ ਅਜਿਹੇ ਵਰਤੀਵੇ ਤੋਂ ਪਰੇਸ਼ਾਨ ਹੋ ਚੁੱਕੀ ਸੀ। ਇਸ ਲਈ ਸਮਾਂ ਬਤੀਤ ਕਰਨ ਲਈ ਘਰ ਰਹਿ ਕੇ ਅਚਾਰ ਬਣਾਉਣ ਦਾ ਕੰਮ ਕਰਨ ਲੱਗੀ। ਚਾਰ ਪੈਸੇ ਵੀ ਹੱਥ 'ਚ ਆ ਜਾਂਦੇ ਸਨ, ਪਰ ਬਹੂ ਨੇ ਉਹ ਵੀ ਮਨਜ਼ੂਰ ਨਹੀਂ ਸੀ। ਮਾਂ ਜੀ, ਪੂਰੇ ਘਰ 'ਚ ਤੁਸੀਂ ਅਚਾਰ ਦੀ ਬਦਬੂ ਫੈਲਾ ਰੱਖੀ ਹੈ। ਸਾਰਾ ਦਿਨ ਕੋਈ ਨਾ ਕੋਈ ਅਚਾਰ ਲੈਣ ਆਇਆ ਹੀ ਰਹਿੰਦਾ ਹੈ। ਇਹ ਮੇਰਾ ਘਰ ਹੈ, ਕੋਈ ਅਚਾਰ ਦੀ ਦੁਕਾਨ ਨਹੀਂ ਹੈ। ਬੰਦ ਕਰੋ ਹੁਣ ਇਹ ਤਮਾਸ਼ਾ। ਬਹੂ ਨੇ ਮੇਰਾ ਇਹ ਕੰਮ ਪਸੰਦ ਨਹੀਂ ਸੀ ਤਾਂ ਬੇਟੇ ਨੇ ਵੀ ਮੇਰੇ ਅਚਾਰ ਬਣਾਉਣ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ। ਹੌਲੀ ਹੌਲੀ ਸਮਾਂ ਬੀਤਿਆ ਤੇ ਬਹੂ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਇੱਕ ਬੇਟਾ ਤੇ ਇੱਕ ਬੇਟੀ। ਦਾਦੀ ਬਣ ਜਾਣ ਤੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਜਿਉਣ ਦੀ ਇੱਕ ਆਸ ਜਾਗੀ, ਪਰ ਪਤਾ ਨਹੀਂ ਕਿਉਂ ਬਹੂ ਆਪਣੇ ਬੱਚਿਆਂ ਨੂੰ ਮੇਰੇ ਹੱਥ ਨਹੀਂ ਦੇਣਾ ਚਾਹੁੰਦੀ ਸੀ। ਮੈਂ ਜਦੋਂ ਵੀ ਉਹਨਾਂ ਨਾਲ ਲਾਡ ਕਰਦੀ ਤਾਂ ਉਸਦੇ ਚਿਹਰੇ ਦੇ ਹਾਵ ਭਾਵ ਬਦਲ ਜਾਂਦੇ। ਜਿਵੇਂ ਜਿਵੇਂ ਪੋਤਾ ਪੋਤੀ ਵੱਡੇ ਹੁੰਦੇ ਜਾ ਰਹੇ ਸਨ, ਉਹਨਾਂ ਦਾ ਮੇਰੇ ਨਾਲ ਲਗਾਅ ਵੱਧਦਾ ਜਾ ਰਿਹਾ ਸੀ। ਦੋਵੇਂ ਮੇਰੇ ਨਾਲ ਬਹੁਤ ਪਿਆਰ ਕਰਦੇ, ਸਾਰਾ ਦਿਨ ਦਾਦੀ ਦਾਦੀ ਕਰਦੇ ਰਹਿੰਦੇ, ਪਰ ਬਹੂ ਨੂੰ ਇਹ ਪਸੰਦ ਨਹੀਂ ਸੀ। ਇੱਕ ਦਿਨ ਉਸਨੇ ਘਰ 'ਚ ਹੰਗਾਮਾ ਖੜਾ ਕਰ ਦਿੱਤਾ ਤੇ ਵਿਨੇ ਨੂੰ ਕਿਹਾ ਕਿ ਸਿਰਫ ਤੇਰੀ ਮਾਂ ਕਰਕੇ ਮੇਰਾ ਬੇਟਾ ਮੇਰੇ ਨਾਲ ਜ਼ੁਬਾਨ ਲੜਾਉਣ ਲੱਗਿਆ ਹੈ ਤੇ ਬੇਟੀ ਵੀ ਪੜ੍ਹਾਈ ਵੱਲ ਦੇਖਦੀ ਤੱਕ ਨਹੀਂ ਹੈ। ਮੈਂ ਕਹਿ ਰਹੀ ਹਾਂ ਕਿ ਸਿਰਫ ਤੁਹਾਡੀ ਮਾਂ ਹੀ ਹੈ ਜੋ ਸਾਡੇ ਬੱਚਿਆਂ ਨੂੰ ਵਿਗਾੜ ਰਹੀ ਹੈ। ਬਹੂ ਦੀਆਂ ਗੱਲਾਂ ਸੁਣ ਕੇ ਮੇਰਾ ਆਪਣਾ ਬੇਟਾ ਕਿਵੇਂ ਭੜਕ ਪਿਆ ਸੀ ਮੇਰੇ ਤੇ। ਆਏ ਦਿਨ ਬਹੂ ਗੱਲ ਗੱਲ ਤੇ ਮੇਰਾ ਅਪਮਾਨ ਕਰਦੀ ਰਹਿੰਦੀ ਤੇ ਵਿਨੇ ਵੀ ਚੁੱਪ ਰਹਿੰਦਾ ਸੀ। ਫਿਰ ਵੀ ਜਿਵੇਂ ਤਿਵੇਂ ਮੈਂ ਉਹਨਾਂ ਨਾਲ ਰਹਿ ਰਹੀ ਸੀ।
एक दिन जदों मैं बाथरूम 'ਚ तिल के डिग गई ਤਾਂ ਲੱਤ ਤੇ ਸੱਟ ਵੱਜੀ। ਢੰਗ ਨਾਲ ਚੱਲਿਆ ਵੀ ਨਹੀਂ ਜਾਂਦਾ ਸੀ ਤਾਂ 2-4 ਦਿਨ ਮੰਦਰ ਵੀ ਨਹੀਂ ਗਈ। ਇਹ ਗੱਲ ਵੀ ਬਹੂ ਨੂੰ ਬਰਦਾਸ਼ਤ ਨਹੀਂ ਹੁੰਦੀ ਸੀ। ਇੱਕ ਦਿਨ ਉਸਨੂੰ ਫੋਨ ਤੇ ਕਹਿੰਦੇ ਹੋਏ ਸੁਣਿਆ ਕਿ ਆਪਣੀ ਮਨਹੂਸ ਸ਼ਕਲ ਲੈ ਕੇ ਘਰੇ ਹੀ ਬੈਠੀ ਰਹਿੰਦੀ ਹੈ। ਪਹਿਲਾਂ ਘੱਟੋ ਘੱਟ ਮੰਦਰ ਤਾਂ ਚਲੀ ਜਾਂਦੀ ਸੀ। ਘਰ ਬੈਠੇ ਬੈਠੇ ਤਾਂ ਇਸ ਦੀਆਂ ਨਜ਼ਰਾਂ ਬੱਚਿਆਂ ਦੇ ਖਾਣੇ ਤੇ ਹੀ ਗੱਡੀਆਂ ਰਹਿੰਦੀਆਂ ਹਨ। ਇਸ ਦਾ ਕੋਈ ਦੂਜਾ ਇੰਤਜ਼ਾਮ ਕਰਨਾ ਹੀ ਪਵੇਗਾ। ਬਹੂ ਦੇ ਮੂੰਹ ਇਹ ਗੱਲਾਂ ਸੁਣ ਕੇ ਮੈਂ ਸੁੰਨ ਹੋ ਗਈ ਸੀ। ਭਲਾ ਮੈਂ ਆਪਣੇ ਪਿਆਰੇ ਬੱਚਿਆਂ ਦੇ ਖਾਣੇ ਨੂੰ ਨਜ਼ਰ ਕਿਉਂ ਲਾਵਾਂਗੀ ਤੇ ਬਹੂ ਦੂਜਾ ਇੰਤਜ਼ਾਮ ਕਰਨ ਦੀ ਗੱਲ ਕਰ ਰਹੀ ਸੀ। ਇਸ ਗੱਲ ਦਾ ਕੀ ਮਤਲਬ ਹੋ ਸਕਦਾ ਹੈ? ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਦਿਨ ਵਿਨੇ ਨੇ ਮੈਨੂੰ ਅਜਿਹਾ ਜ਼ਖਮ ਦਿੱਤਾ ਜਿਸ ਨੂੰ ਸੁਣ ਕੇ ਮੈਂ ਤੜਫ ਗਈ। ਉਹ ਸੀ ਬਿਰਧ ਆਸ਼ਰਮ 'ਚ ਰਹਿਣ ਦਾ ਸੁਝਾਅ। ਮੈਨੂੰ ਕਹਿਣ ਲੱਗਿਆ ਕਿ ਮਾਂ ਤੈਨੂੰ ਨਾ ਤਾਂ ਆਰਾਮ ਹੈ ਨਾ ਹੀ ਮਨ ਦੀ ਸ਼ਾਂਤੀ। ਮੈਂ ਚਾਹੁੰਦਾ ਹਾਂ ਕਿ ਤੂੰ ਬਿਰਧ ਆਸ਼ਰਮ 'ਚ ਸੁਖ ਸ਼ਾਂਤੀ ਨਾਲ ਰਹੇ। ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਸਨ। ਮੈਂ ਸੋਚਣ ਲੱਗੀ ਕਿ ਅੱਜ ਤੱਕ ਮੈਂ ਜਿਸ ਨੂੰ ਆਪਣਾ ਬੇਟਾ ਆਖ ਰਹੀ ਸੀ ਉਹ ਮੇਰਾ ਕਦੇ ਸੀ ਹੀ ਨਹੀਂ। ਆਪਣੇ ਪਨ ਦੀਆਂ ਮੋਟੀਆਂ ਤਹਾਂ ਮੇਰੀਆਂ ਅੱਖਾਂ ਤੋਂ ਉਤਰਨ ਲੱਗੀਆਂ ਸਨ। ਮੈਂ ਦੁੱਖ ਤੇ ਬੇਵਸੀ ਨਾਲ ਉੱਚੀ ਉੱਚੀ ਰੋ ਪਈ। ਬੇਟਾ, ਇਹ ਸਿਰਫ ਮੈਂ ਹੀ ਜਾਣਦੀ ਹਾਂ ਕਿ ਮੈਂ ਖੁਦ ਨੂੰ ਕਿਵੇਂ ਸੰਭਾਲਿਆ, ਪਰ ਬਿਰਧ ਆਸ਼ਰਮ 'ਚ ਦੂਜਿਆਂ ਤੇ ਨਿਰਭਰ ਰਹਿਣਾ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਸੋ ਮੈਂ ਆਪਣੇ ਸੰਦੂਕ 'ਚੋਂ ਕੱਪੜੇ ਰੱਖੇ ਤੇ ਭਰੇ ਮਨ ਤੇ ਭਰੀਆਂ ਅੱਖਾਂ ਨਾਲ ਆਪਣੇ ਇਸ ਘਰ 'ਚ ਵਾਪਸ ਆ ਗਈ। ਇਕੱਲੀ ਹਾਂ ਤਾਂ ਕੀ ਹੋਇਆ, ਇੱਜ਼ਤ ਨਾਲ ਜਿਉਂਦੀ ਤਾਂ ਹਾਂ। ਬਸ ਮੇਰੀ ਜਾਨ ਵਸੀ ਹੈ ਤਾਂ ਆਪਣੇ ਪੋਤਾ ਪੋਤੀ 'ਚ ਕਿੰਨੀਆਂ ਬੇਵਸ ਅੱਖਾਂ ਨਾਲ ਨਿਹਾਰ ਰਹੇ ਸਨ। ਉਸ ਦਿਨ ਮੈਨੂੰ ਜਦੋਂ ਮੈਂ ਘਰ ਛੱਡ ਕੇ ਆਈ ਸੀ, ਮਹੀਨਿਆਂ ਤੱਕ ਆਪਣੇ ਪੋਤਾ ਪੋਤੀ ਨੂੰ ਯਾਦ ਕਰਕੇ ਮੈਂ ਮੱਛੀ ਵਾਂਗ ਤੜਫਦੀ ਰਹੀ ਸੀ। 2 ਸਾਲ ਬੀਤ ਗਏ ਹਨ ਇਸ ਗੱਲ ਨੂੰ ਬੋਲਦੇ ਬੋਲਦੇ ਮਮਤਾ ਜੀ ਦਾ ਗਲਾ ਸੁੱਕ ਗਿਆ ਸੀ। ਪਰ ਬੇਟਾ, ਹੁਣ ਤਾਂ ਮੈਨੂੰ ਆਦਤ ਹੋ ਗਈ ਹੈ ਇਕੱਲੇ ਰਹਿਣ ਦੀ। ਇਸ ਉਮਰ 'ਚ ਬਿਮਾਰ ਹੋ ਗਈ ਤਾਂ ਮੈਨੂੰ ਕੌਣ ਦੇਖੇਗਾ, ਇਹ ਸੋਚ ਕੇ ਰੋਜ਼ਾਨਾ ਸਵੇਰੇ ਕਸਰਤ ਕਰਦੀ ਹਾਂ। ਦਿਨੇ ਗਵਾਂਢ ਦੀ ਕੋਈ ਨਾ ਕੋਈ ਔਰਤ ਆ ਜਾਂਦੀ ਹੈ, ਮੈਨੂੰ ਸਮਝਾਉਂਦੀਆਂ ਵੀ ਹਨ ਕਿ ਮੋਹ ਨੂੰ ਤਿਆਗ ਕੇ ਭਗਤੀ ਦਾ ਸਹਾਰਾ ਲੈ ਲੈ, ਇਹ ਭਵਸਾਗਰ ਪਾਰ ਕਰਾਏਗਾ। ਇਹ ਧਾਰਮਿਕ ਪੁਸਤਕਾਂ ਦੇਖ ਰਹੇ ਹੋ, ਉਹੀ ਲੋਕ ਤਾਂ ਆ ਕੇ ਦੇ ਜਾਂਦੇ ਹਨ ਮੈਨੂੰ। ਕੁਝ ਦੇਰ ਬੈਠ ਕੇ ਇਹਨਾਂ ਨੂੰ ਪੜ੍ਹ ਲੈਂਦੀ ਹਾਂ। ਸ਼ਾਮ ਨੂੰ ਥੋੜਾ ਸਮਾਂ ਆਸ-ਪਾਸ ਦੀਆਂ ਔਰਤਾਂ ਨਾਲ ਗੱਲਬਾਤ 'ਚ ਬੀਤ ਜਾਂਦਾ ਹੈ ਤੇ ਦੁਪਹਿਰ ਬੱਚਿਆਂ ਦੀ ਉਡੀਕ 'ਚ ਨਿਕਲ ਜਾਂਦੀ ਹੈ। ਬੋਲਦੇ ਬੋਲਦੇ ਮਮਤਾ ਜੀ ਅਚਾਨਕ ਉੱਠ ਖੜੀ ਤੇ ਮਹੇਸ਼ ਨੂੰ ਬੋਲੀ, ਤੂੰ ਇੱਥੇ ਰੁਕ, ਮੈਂ ਹੁਣੇ ਆਉਂਦੀ ਹਾਂ। ਥੋੜੀ ਦੇਰ 'ਚ 2 ਥਾਲੀਆਂ 'ਚ ਅਚਾਰ ਦੇ ਨਾਲ ਰੋਟੀ ਪਾ ਕੇ ਲੈ ਆਈ। ਬੇਟਾ, ਖਾਣੇ ਦਾ ਸਮਾਂ ਹੋ ਗਿਆ ਸੀ ਤਾਂ ਸੋਚਿਆ ਤੈਨੂੰ ਵੀ ਭੁੱਖ ਲੱਗੀ ਹੋਵੇਗੀ ਤੇ ਉਂਝ ਵੀ ਇੰਨਾ ਸਮਾਂ ਹੋ ਗਿਆ ਕਿਸੇ ਨਾਲ ਬੈਠ ਕੇ ਖਾਣਾ ਖਾਦੇ ਨੂੰ। ਮਮਤਾ ਜੀ ਐਨੇ ਮਨ ਨਾਲ ਰੋਟੀ ਬਣਾ ਕੇ ਲਿਆਈ ਸੀ ਕਿ ਮਹੇਸ਼ ਉਹਨਾਂ ਨੂੰ ਨਾ ਕਰ ਸਕਿਆ ਤੇ ਬਹੁਤ ਹੀ ਚਾਅ ਨਾਲ ਉਹਨਾਂ ਨਾਲ ਖਾਣਾ ਖਾਣ ਬੈਠ ਗਿਆ। ਪਹਿਲੀ ਬੁਰਕੀ ਖਾਂਦੇ ਹੀ ਬੋਲਿਆ, ਵਾਹ ਮਾਂ ਜੀ, ਇਹ ਅਚਾਰ ਤਾਂ ਬਹੁਤ ਸਵਾਦ ਹੈ। ਇਸ ਤੇ ਮਮਤਾ ਜੀ ਹੱਸਦੇ ਹੋਏ ਬੋਲੀ, ਅਚਾਰ ਤਾਂ ਮੈਂ ਘਰੇ ਹੀ ਬਣਾਉਂਦੀ ਹਾਂ। ਹੁਣ ਇਕੱਲੀ ਜਾਣ ਹਾਂ, ਹਰ ਸਮੇਂ ਆਪਣੇ ਲਈ ਸਬਜ਼ੀ ਨਹੀਂ ਬਣਾਈ ਜਾਂਦੀ ਮੈਥੋਂ, ਤਾਂ ਅਚਾਰ ਨਾਲ ਹੀ ਰੋਟੀ ਖਾ ਲੈਂਦੀ ਹਾਂ। ਆਂਢ ਗੁਆਂਢ ਦੀਆਂ ਔਰਤਾਂ ਵੀ ਮੈਥੋਂ ਅਚਾਰ ਬਣਵਾ ਲੈਂਦੀਆਂ ਹਨ। ਹੁਣ ਇਸ ਉਮਰ 'ਚ ਪੈਸਾ ਕਿੱਥੋਂ ਲਿਆਵਾਂ? ਅਚਾਰ ਬਣਾ ਕੇ ਜੋ ਥੋੜਾ ਬਹੁਤ ਪੈਸਾ ਮਿਲਦਾ ਹੈ ਉਸੇ ਨਾਲ ਗੁਜ਼ਾਰਾ ਕਰ ਲੈਂਦੀ ਹਾਂ। ਐਨੇ ਸਮੇਂ ਬਾਅਦ ਮਾਂ ਦੇ ਖਾਣੇ ਦਾ ਸਵਾਦ ਪਾ ਕੇ ਮਹੇਸ਼ ਅੰਦਰ ਤੱਕ ਤ੍ਰਿਪਤ ਹੋ ਗਿਆ ਸੀ। ਮਮਤਾ ਜੀ ਦਾ ਸ਼ੁਕਰੀਆ ਅਦਾ ਕਰਕੇ ਜਦੋਂ ਜਾਣ ਲੱਗਿਆ ਤਾਂ ਉਹ ਤੁਰੰਤ ਅੰਦਰ ਜਾ ਕੇ ਇੱਕ ਡੱਬਾ ਅਚਾਰ ਦਾ ਭਰ ਕੇ ਲੈ ਆਈ। ਤੈਨੂੰ ਅਚਾਰ ਇੰਨਾ ਪਸੰਦ ਆਇਆ ਹੈ ਤਾਂ ਥੋੜਾ ਜਿਹਾ ਲੈ ਕੇ ਜਾ, ਮੇਰੇ ਮਨ ਨੂੰ ਸੰਤੁਸ਼ਟੀ ਮਿਲੇਗੀ। ਮਮਤਾ ਜੀ ਦਾ ਪਿਆਰ ਤੇ ਆਸ਼ੀਰਵਾਦ ਪਾ ਕੇ ਮਹੇਸ਼ ਦਾ ਦਿਲ ਭਰ ਆਇਆ। ਪਰ ਅੱਜ ਜਦੋਂ ਮਮਤਾ ਜੀ ਕੋਲ ਬੈਠ ਕੇ ਖਾਣਾ ਖਾਦਾ ਤਾਂ ਉਸਨੂੰ ਆਪਣੀ ਮਾਂ ਦੇ ਸਾਥ ਦਾ ਅਹਿਸਾਸ ਹੋਇਆ। ਕੁਝ ਦਿਨ ਬੀਤੇ ਤਾਂ ਮਹੇਸ਼ ਨੂੰ ਲੱਗਿਆ ਕਿ ਮਾਂ ਜੀ ਨਾਲ ਮਿਲਣਾ ਚਾਹੀਦਾ ਹੈ। ਸਵੇਰੇ ਸਵੇਰੇ ਤਿਆਰ ਹੋ ਕੇ ਸਿੱਧਾ ਮਮਤਾ ਜੀ ਦੇ ਘਰ ਪਹੁੰਚ ਗਿਆ। ਮਮਤਾ ਜੀ ਵੀ ਨਹਾ ਕੇ ਆਪਣੇ ਵਿਹੜੇ 'ਚ ਬੈਠੀ ਸੀ। ਮਹੇਸ਼ ਨੂੰ ਦੇਖ ਕੇ ਉਤਸ਼ਾਹ ਨਾਲ ਭਰ ਗਈ ਤੇ ਫਿਰ ਇੱਕਦਮ ਬੋਲੀ, ਬੱਚਿਆਂ ਦੀਆਂ ਛੁੱਟੀਆਂ ਕਦੋਂ ਤੱਕ ਹਨ ਬੇਟਾ? ਉਹਨਾਂ ਦੀ ਉਡੀਕ ਕਰਦੇ ਕਰਦੇ ਮੇਰੀਆਂ ਤਾਂ ਅੱਖਾਂ ਪੱਥਰ ਹੋ ਗਈਆਂ ਹਨ। ਮਾਂ ਜੀ, ਹੁਣ ਮੈਂ ਤੁਹਾਡੇ ਤੋਂ ਕੀ ਲੁਕਾਵਾਂ? ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਹੋਸਟਲ 'ਚ ਪਾ ਦਿੱਤਾ ਹੈ। ਹੁਣ ਉਹ ਉੱਥੇ ਰਹਿ ਕੇ ਪੜ੍ਹਾਈ ਕਰਨਗੇ। ਕੀ ਮੇਰੇ ਬੱਚਿਆਂ ਨੂੰ ਮੈਥੋਂ ਦੂਰ ਕਰ ਦਿੱਤਾ? ਇਹ ਤਾਂ ਚੰਗਾ ਨਹੀਂ ਕੀਤਾ ਉਹਨਾਂ ਦੋਵਾਂ ਨੇ। ਉਹਨਾਂ ਦਾ ਚਿਹਰਾ ਦੇਖਦੀ ਸੀ ਤਾਂ ਮੇਰੀ ਜਾਨ 'ਚ ਜਾਨ ਆ ਜਾਂਦੀ ਸੀ। ਹੁਣ ਤੂੰ ਹੀ ਦੱਸ, ਮੈਂ ਕਿਵੇਂ ਜਿਵਾਂਗੀ?
इस तो चंगा है कि भगवान मैनू अपने कोल ही बुला लवे। ममता जी उच्ची उच्ची रो पई, माँ जी दिल छोटा ना करो, ਉਹਨਾਂ ਨੂੰ ਹੋਸਟਲ ਲਿਜਾਣ ਤੇ ਉੱਥੇ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਹੈ। ਹਰ ਹਫਤੇ ਜਦੋਂ ਛੁੱਟੀ ਬਿਤਾਉਣ ਲਈ ਉਹ ਘਰ ਆਉਣਗੇ ਤਾਂ ਮੈਂ ਉਹਨਾਂ ਨੂੰ ਤੁਹਾਡੇ ਨਾਲ ਮਿਲਵਾ ਦਿਆ ਕਰਾਂਗਾ। ਤੇ ਨਾਲੇ ਹਾਂ ਮਾਂ ਜੀ, ਮੈਂ ਤੁਹਾਡੇ ਤੋਂ ਗੱਲ ਪੁੱਛਣੀ ਤਾਂ ਭੁੱਲ ਹੀ ਗਿਆ। ਕੀ ਹੋਇਆ ਬੇਟਾ? ਮਾਂ ਜੀ, ਉਹ ਅਚਾਰ ਜੋ ਤੁਸੀਂ ਮੈਨੂੰ ਦਿੱਤਾ ਸੀ ਮੇਰੀ ਪਤਨੀ ਤੇ ਬੱਚਿਆਂ ਨੂੰ ਬਹੁਤ ਪਸੰਦ ਆਇਆ। ਹੋਰ ਤਾਂ ਹੋਰ ਉਸ ਦਿਨ ਮੇਰੇ ਘਰ ਕੁਝ ਮਹਿਮਾਨ ਆਏ ਹੋਏ ਸਨ, ਉਹ ਤਾਂ ਤੁਹਾਡੇ ਬਣਾਏ ਅਚਾਰ ਦੇ دیਵਾਨੇ ਹੋ ਗਏ। ਉਹਨਾਂ ਦੀ ਬਹੁਤ ਵੱਡੀ ਅਚਾਰ ਦੀ ਫੈਕਟਰੀ ਹੈ। ਉਹਨਾਂ ਨੇ ਮੈਨੂੰ ਸਪੈਸ਼ਲ ਬੇਨਤੀ ਕੀਤੀ ਹੈ ਕਿ ਮੈਂ ਉਹਨਾਂ ਨੂੰ ਇੱਕ ਵਾਰ ਤੁਹਾਡੇ ਨਾਲ ਮਿਲਵਾ ਦੇਵਾਂ। ਮਹੇਸ਼ ਦੇ ਕਹਿਣ ਤੇ ਮਮਤਾ ਜੀ ਨੇ ਉਹਨਾਂ ਨਾਲ ਮਿਲਣ ਲਈ ਹਾਮੀ ਭਰ ਦਿੱਤੀ। ਸ਼ਾਮ ਨੂੰ ਇੱਕ ਵੱਡੀ ਕਾਰ ਉਹਨਾਂ ਦੇ ਘਰ ਦੇ ਬਾਹਰ ਆ ਕੇ ਰੁਕੀ। ਮਮਤਾ ਜੀ ਕੁਰਸੀ ਢਾ ਕੇ ਗੇਟ ਕੋਲ ਹੀ ਬੈਠੀ ਸੀ। ਗੱਡੀ 'ਚੋਂ ਮਹੇਸ਼ ਅਚਾਰ ਫੈਕਟਰੀ ਦਾ ਮਾਲਕ ਸੁਮਿਤ ਨਾਲ ਬਾਹਰ ਨਿਕਲਿਆ। ਉਹ ਇੱਕ ਨੌਜਵਾਨ ਕਾਰੋਬਾਰੀ ਸੀ। ਮਮਤਾ ਜੀ ਦੇ ਕੋਲ ਆ ਕੇ ਉਹਨਾਂ ਦੇ ਪੈਰੀ ਹੱਥ ਲਾਏ ਤੇ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਬੋਲਿਆ, ਮਾਂ ਜੀ, ਉਸ ਦਿਨ ਮੈਂ ਤੁਹਾਡੇ ਹੱਥ ਦਾ ਬਣਿਆ ਅਚਾਰ ਖਾਧਾ। ਸੱਚ ਦੱਸਾਂ ਤਾਂ ਮੈਂ ਬਹੁਤ ਤਰ੍ਹਾਂ ਦੇ ਅਚਾਰ ਦਾ ਸਵਾਦ ਲਿਆ, ਪਰ ਅਜਿਹਾ ਸਵਾਦ ਕਿਤੇ ਨਹੀਂ ਮਿਲਿਆ। ਮਾਂ ਜੀ, ਅਸਲ 'ਚ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਲਈ ਕੰਮ ਕਰਨਾ ਪਸੰਦ ਕਰੋਗੇ? ਇਹ ਗੱਲ ਸੁਣ ਕੇ ਮਮਤਾ ਜੀ ਕੁਝ ਹੈਰਾਨ ਹੋਈ ਤੇ ਫਿਰ ਚਿਹਰੇ ਤੇ ਝਿਜਕ ਕੇ ਬੁੱਲਾਂ ਤੇ ਹਲਕੀ ਜੀ ਮੁਸਕਰਾਹਟ ਲਿਆ ਕੇ ਬੋਲੀ, ਬੇਟਾ ਇਹ ਤੁਸੀਂ ਕੀ ਆਖ ਰਹੇ ਹੋ? ਮੇਰੇ ਬੁੱਢੇ ਸਰੀਰ 'ਚ ਹੁਣ ਇੰਨੀ ਹਿੰਮਤ ਕਿੱਥੇ? ਫਿਰ ਉਹ ਨੌਜਵਾਨ ਬੋਲਿਆ, ਮਾਂ ਜੀ, ਤੁਹਾਡੇ ਕੋਲ ਜੋ ਤਜਰਬਾ ਹੈ ਮੈਨੂੰ ਤਾਂ ਸਿਰਫ ਉਸ ਤਜਰਬੇ ਦੀ ਲੋੜ ਹੈ। ਮੇਰਾ ਵਿਸ਼ਵਾਸ ਕਰੋ, ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬਸ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਡੀ ਅਚਾਰ ਦੀ ਫੈਕਟਰੀ 'ਚ ਪ੍ਰੋਡਕਸ਼ਨ ਇੰਚਾਰਜ ਦਾ ਅਹੁਦਾ ਸੰਭਾਲ ਲਓ ਤੇ ਆਪਣਾ ਤਜਰਬਾ ਤੇ ਸਹਿਯੋਗ ਦੇ ਕੇ ਮੇਰੇ ਤੇ ਉਪਕਾਰ ਕਰ ਦਿਓ। ਉਹਨਾਂ ਦੀ ਗੱਲ ਸੁਣ ਕੇ ਮਮਤਾ ਜੀ ਬੋਲੀ, ਪਰ ਬੇਟਾ, ਇਸ ਉਮਰ 'ਚ ਤਾਂ ਬਾਹਰ ਨਿਕਲ ਕੇ ਕੰਮ ਕਰਨਾ ਮੇਰੇ ਲਈ ਸੰਭਵ ਨਹੀਂ ਹੋਵੇਗਾ। ਹੁਣ ਤਾਂ ਗੋਡੇ ਵੀ ਜਵਾਬ ਦੇਣ ਲੱਗੇ ਹਨ। ਮਮਤਾ ਜੀ ਦੀ ਗੱਲ ਸੁਣ ਕੇ ਨੌਜਵਾਨ ਕਾਰੋਬਾਰੀ ਉਹਨਾਂ ਦੇ ਪੈਰਾਂ 'ਚ ਬੈਠ ਗਿਆ ਤੇ ਬੋਲਿਆ ਕਿ ਮਾਂ ਜੀ, ਮੈਂ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ। ਤੁਹਾਨੂੰ ਲੈਣ ਲਈ ਹਰ ਰੋਜ਼ ਡਰਾਈਵਰ ਆਵੇਗਾ ਤੇ ਤੁਹਾਨੂੰ ਗੱਡੀ 'ਚ ਬਿਠਾ ਕੇ ਲੈ ਜਾਵੇਗਾ। ਤੁਸੀਂ ਸਿਰਫ ਆਪਣੇ ਤਜਰਬੇ ਦੇ ਆਧਾਰ ਤੇ ਅਚਾਰ ਬਣਾਉਣ ਵਾਲੀ ਟੀਮ ਨੂੰ ਨਿਰਦੇਸ਼ ਦੇਣ ਦਾ ਕੰਮ ਕਰਨਾ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਮਮਤਾ ਜੀ ਸੋਚਣ ਲੱਗੀ ਕਿ ਘਰ ਬੈਠੇ ਬੈਠੇ ਵੀ ਕੀ ਕਰ ਰਹੀ ਹਾਂ। ਸਾਰਾ ਦਿਨ ਇਕੱਲੇ ਬੈਠੇ ਬੈਠੇ ਵੀ ਸਮਾਂ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ। ਅਜੇ ਇਹ ਸਾਰੀਆਂ ਗੱਲਾਂ ਸੋਚ ਹੀ ਰਹੀ ਸੀ ਕਿ ਐਨੇ 'ਚ ਮਹੇਸ਼ ਬੋਲਿਆ, ਮਾਂ ਜੀ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ, ਤੁਸੀਂ ਨਿਸ਼ਚਿੰਤ ਰਹੋ। ਮਹੇਸ਼ ਦੀ ਗੱਲ ਸੁਣ ਕੇ ਮਮਤਾ ਜੀ ਨੇ ਇੱਕ ਪਿਆਰੀ ਜਿਹੀ ਮੁਸਕਾਨ ਨਾਲ ਤੁਰੰਤ ਹਾਮੀ ਭਰ ਦਿੱਤੀ ਤੇ ਅਗਲੇ ਦਿਨ ਡਰਾਈਵਰ ਉਹਨਾਂ ਨੂੰ ਲੈਣ ਆ ਗਿਆ ਤੇ ਉਹਨਾਂ ਨੇ ਆਪਣਾ ਕੰਮ ਸੰਭਾਲ ਲਿਆ। ਫੈਕਟਰੀ ਦੇ ਮਾਲਕ ਨੇ ਮਮਤਾ ਜੀ ਦੇ ਅਚਾਰ ਨੂੰ ਇੱਕ ਸਪੈਸ਼ਲ ਬ੍ਰਾਂਡ ਬਣਾਇਆ, ਜਿਸ ਦਾ ਨਾਂ ਰੱਖਿਆ ਗਿਆ ਮਮਤਾ ਭਰਿਆ ਅਚਾਰ। ਅਚਾਰ ਦੇ ਡੱਬੇ ਤੇ ਮਮਤਾ ਜੀ ਦੀ ਫੋਟੋ ਵੀ ਲਗਵਾਈ। ਮਮਤਾ ਜੀ ਦੇ ਜਾਣ ਦੇ ਕੁਝ ਦਿਨਾਂ ਤੇ ਅੰਦਰ ਹੀ ਉਹਨਾਂ ਦੀ ਫੈਕਟਰੀ ਦੀ ਵਿਕਰੀ ਦੁੱਗਣੀ ਹੋ ਗਈ। ਸ਼ਹਿਰ 'ਚ ਥਾਂ ਥਾਂ ਤੇ ਮਮਤਾ ਜੀ ਅਚਾਰ ਦੇ ਇਸ਼ਤਿਹਾਰ ਤੇ ਬੈਨਰ ਲਗਾ ਦਿੱਤੇ ਗਏ। ਇੱਕ ਬੈਨਰ ਮਹੇਸ਼ ਨੇ ਆਪਣੀ ਆਟੋ ਰਿਕਸ਼ਾ ਦੇ ਪਿੱਛੇ ਵੀ ਲਗਵਾਇਆ। ਮਮਤਾ ਜੀ ਦੇ ਤਜਰਬੇ ਤੇ ਲਗਨ ਨਾਲ ਉਹਨਾਂ ਦਾ ਅਚਾਰ ਦਾ ਬਿਜ਼ਨਸ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗਿਆ। ਹੁਣ ਮਮਤਾ ਜੀ ਨੂੰ ਢੇਰ ਸਾਰਾ ਸਮਾਨ ਤੇ ਸਹੂਲਤਾਂ ਦੇ ਨਾਲ ਨਾਲ ਚੰਗੀ ਤਨਖਾਹ ਵੀ ਮਿਲ ਰਹੀ ਸੀ। ਆਤਮ ਨਿਰਭਰ ਬਣਨ ਦੇ ਨਾਲ ਹੁਣ ਮਮਤਾ ਜੀ ਪਹਿਲਾਂ ਤੋਂ ਜ਼ਿਆਦਾ ਚੁਸਤ ਦਰੁਸਤ ਰਹਿਣ ਲੱਗੀ ਸੀ। ਉਹਨਾਂ ਦੇ ਚਿਹਰੇ ਤੇ ਆਤਮ ਵਿਸ਼ਵਾਸ ਭਰੀ ਚਮਕ ਆਉਣ ਲੱਗੀ ਸੀ। ਉੱਥੇ ਦੂਜੇ ਪਾਸੇ ਫੈਕਟਰੀ ਦੇ ਵਰਕਰਾਂ ਨਾਲ ਹੱਸਦੇ ਖੇਡਦੇ ਪੂਰਾ ਦਿਨ ਕਦੋਂ ਨਿਕਲ ਜਾਂਦਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ। ਇੱਕ ਦਿਨ ਜਦੋਂ ਮਹੇਸ਼ ਬੱਚਿਆਂ ਨੂੰ ਛੱਡਣ ਲਈ ਉਹਨਾਂ ਦੇ ਘਰ ਗਿਆ ਤਾਂ ਖੁਸ਼ੀ ਨੇ ਉਸ ਦੇ ਆਟੋ ਦੇ ਪਿੱਛੇ ਉਹ ਬੈਨਰ ਲੱਗਿਆ ਦੇਖਿਆ, ਜਿਸ ਤੇ ਉਹਨਾਂ ਦੀ ਸੱਸ ਦੀ ਫੋਟੋ ਵੀ ਲੱਗੀ ਸੀ। ਇਹ ਦੇਖ ਕੇ ਉਹ ਹੈਰਾਨ ਰਹਿ ਗਈ ਤੇ ਤੁਰੰਤ ਮਹੇਸ਼ ਤੋਂ ਇਸ ਬਾਰੇ ਪੁੱਛਣ ਲੱਗੀ। ਫਿਰ ਮਹੇਸ਼ ਨੇ ਉਹਨਾਂ ਨੂੰ ਮਮਤਾ ਜੀ ਦੀ ਸਫਲਤਾ ਦੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਚਾਰ ਦੀ ਫੈਕਟਰੀ 'ਚ ਕੰਮ ਮਿਲਿਆ ਤੇ ਉਹ ਉਸ ਫੈਕਟਰੀ 'ਚ ਕਿੰਨੇ ਉੱਚੇ ਅਹੁਦੇ ਤੇ ਬਿਰਾਜਮਾਨ ਹੈ। ਇਸ ਸਾਰੀਆਂ ਗੱਲਾਂ ਸੁਣ ਕੇ ਖੁਸ਼ੀ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ। ਪਿੱਛੇ ਖੜਾ ਵਿਨੈ ਵੀ ਸਾਰੀਆਂ ਗੱਲਾਂ ਸੁਣ ਰਿਹਾ ਸੀ। ਉਸ ਨੂੰ ਦੇਖ ਕੇ ਖੁਸ਼ੀ ਬੋਲੀ, ਸੁਣਿਆ ਤੁਸੀਂ, ਜਿਸ ਨੂੰ ਬੇਕਾਰ ਸਮਝ ਕੇ ਅਸੀਂ ਬਿਰਧ ਆਸ਼ਰਮ ਭੇਜਣ ਨੂੰ ਤਿਆਰ ਸੀ,
उस माजी ने अपने हुनर दे दम ते किन्नी प्रसिद्धि हासिल कर ली। उसकी गल सुन के विनय बोलिया, जेकर तू पहला ही माजी अचार बनाउण तो ना रोकिया हुंदा तां अज जिन्ना पैसा वो कमा रही है वो सब साडा हुंदा। कुछ समा बीत्या तां एक दिन ममता जी कोल खुशी दा फोन आया। इन्ने समय बाद अपनी नूंह दा फोन आया देख के ममता जी नूं कुछ हैरानी हुई। जदों फोन सुनिया तां वो हैरान रह गई। उन्हां दी नूंह रो रो के उन्हां नूं दस रही सी कि विनय दा एक्सीडेंट हो गया है। हालात गंभीर होने कारण उसनूं शहर दे सब तो वड्डे हस्पताल च भर्ती करवाया गया है। ये सुन के ममता जी दे पैरां हेठों जमीन ही खिसक गई। बेटे दे मोह च ओह तुरंत विनय नूं मिलन हस्पताल पहुंच गई। हस्पताल पहुंच के जो दृश्य उन्हां ने देखा ਉਹ ਦਿਲ ਚੀਰ ਦੇਣ ਵਾਲਾ ਸੀ। ਉਹਨਾਂ ਦਾ ਬੇਟਾ ਵਿਨੇ ਹਸਪਤਾਲ ਦੇ ਬੈੱਡ ਤੇ ਪਿਆ ਤੜਫ ਰਿਹਾ ਸੀ। ਉਹਨਾਂ ਦੀ ਬਹੁ ਖੁਸ਼ੀ ਖੁਦ ਨੂੰ ਬੇਵਸ ਮਹਿਸੂਸ ਕਰਦੇ ਹੋਏ ਚਿੰਤਾ ਦੀ ਹਾਲਤ 'ਚ ਉਸ ਕੋਲ ਬੈਠੀ ਰੋ ਰਹੀ ਸੀ। ਜਿਵੇਂ ਹੀ ਮਮਤਾ ਜੀ ਨੂੰ ਦੇਖਿਆ ਤਾਂ ਤੁਰੰਤ ਉੱਠ ਖੜੀ ਹੋਈ ਤੇ ਉਹਨਾਂ ਦੇ ਗਲੇ ਲੱਗ ਕੇ ਰੋਣ ਲੱਗੀ। ਮਾਂ ਜੀ ਦੇਖੋ ਨਾ ਇਹ ਸਭ ਕੀ ਹੋ ਗਿਆ, चिंता ना कर बहू, सब कुछ ठीक हो जाएगा। कहते हुए ममता जी ने उसनों दिलासा दिता ते फिर अपने बेटे को जाके बैठ गई। ममता जी अपने बेटे बहू नूं दिलासा दे रही सी, पर अंदर ही अंदर उन्हां दा मन भी अपने बेटे दी ये हाल देख के रो रहा सी। खुद नूं संभालदे हुए ममता जी ने पूछा कि डॉक्टर ने की किया है बहू? तां रोंदे हुए खुशी बोली कि माँ जी इन्हां दे चूले दी हड्डी टुटी है। डॉक्टर ने हिप रिप्लेसमेंट की सलाह दी है ते शरीर के बाकी हिस्सों भी गंभीर सट्टां हैं। डॉक्टर ने लगभग 5 लाख तक खर्च दस्या है, पर बैंक च रखे पैसे ते एफडी नूं मिला के 3 लाख रुपए ही बनते हैं। बाकी पैसों का इंतजाम किवें होवेगा, ये सोच सोच के ही मेरा दिल बैठ रहा है ते उपरों इन्हां दी ये हालत। ममता जी ने सबर ते तेज तो काम लिया ते बहू दे सिर ते हाथ रख के कहा, चिंता ना कर बहू, मैं हाँ ना मैं सब संभाल लवांगी, तू बस विनय का ध्यान रख। ममता जी ने तुरंत पैसों का इंतजाम कर दिता ते विनय का ऑपरेशन ठीक ठाक हो गया ते विनय कुछ ही दिनों च सही तरीके नाल चलन लग गया सी। हुण विनय घर आ चुका सी, पर उन्हां नूं हर समय एक ही गल वड के खा रही सी कि उन्हां दोवां ने मां नाल बिल्कुल सही नहीं किया। जदों कि साडे ते मुसीबत आई तां मां ने 2 पल नहीं लाए उन्हां दी मदद करन च। पछताए नाल भरिया विनय अपनी पत्नी नूं लैके ममता जी कोल फैक्ट्री पहुंचा। अंदर जाके ममता जी बारे पूछा तो पता लग्या कि वह फैक्ट्री दे मालक नाल वर्करां दी मीटिंग लै रही है। कुछ समय बाद जदों वह बाहर निकली तां अपने बेटे ते बहू नूं देख के बहुत खुश हुई। उन्हां नूं अपने दफ्तर च लै गई। चपरासी नूं कह के उन्हां लई चाह मंगवाई ते विनय तो हाल चाल पुछण लगी, पर अपने वतीरे तो शर्मिंदा विनय ते खुशी कुछ बोलण दी हाल च नहीं सन ते दूजे पासे अपनी मां दा अजिहा रुतबा देख के मन ही मन विनय नूं अपने कीते कर्मां ते पछतावा होण लग्या। फिर चुप्पी तोड़दे होए बोलिया, मां हुण तुसीं साडे नाल रहोगे, असीं दोवें ਤੁਹਾਨੂੰ ਘਰ ਲੈ ਜਾਣ ਲਈ ਆਏ ਹਾਂ। ਅਸੀਂ ਤੁਹਾਡੇ ਨਾਲ ਜੋ ਵਿਵਹਾਰ ਕੀਤਾ ਉਸ ਦੇ ਬਾਵਜੂਦ ਤੁਸੀਂ ਸਾਡੇ ਤੇ ਕਿੰਨਾ ਵੱਡਾ ਅਹਿਸਾਨ ਕੀਤਾ। ਅਸੀਂ ਬਹੁਤ ਸ਼ਰਮਿੰਦਾ ਹਾਂ ਮਾਂ। ਇਸ ਤੇ ਮਮਤਾ ਜੀ ਬੋਲੀ, ਅਹਿਸਾਨ ਤਾਂ ਤੁਸੀਂ ਮੇਰੇ ਤੇ ਕੀਤਾ ਹੈ ਬੇਟਾ, ਆਪਣੇ ਘਰੋਂ ਬਾਹਰ ਤਾਂ ਰਾਸਤਾ ਦਿਖਾ ਕੇ। ਜੇਕਰ ਤੁਸੀਂ ਮੈਨੂੰ ਘਰੋਂ ਨਾ ਕੱਢਦੇ ਤਾਂ ਮੈਂ ਅੱਜ ਵੀ ਉਹੀ ਜਿੱਲਤ ਭਰੀ ਜ਼ਿੰਦਗੀ ਜਿਉ ਰਹੀ ਹੁੰਦੀ। ਉੱਥੋਂ ਨਿਕਲ के ही तां मेरी जिंदगी नूं सही दिशा मिली है बेटा। बुढ़ी मां कोई घर दा फालतू समान तां नहीं हुंदी कि जदों चाहो सुट दिता ते जदों चाहो वरतों च लै लो। मेरे अपने पोता पोती नाल मेरा हसना बोलना तक भी तुहानूं मंजूर नहीं सी, ਤੁਹਾਡੇ ਨਾਲ ਵਾਪਸ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਂ ਦੀਆਂ ਗੱਲਾਂ ਸੁਣ ਕੇ ਵਿਨੈ ਤੇ ਖੁਸ਼ੀ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਗਈਆਂ। ਉਹਨਾਂ ਨੇ ਮਾਫੀ ਮੰਗੀ, ਪਰ ਮਮਤਾ ਜੀ ਉਹਨਾਂ ਨੂੰ ਮਾਫ ਨਾ ਕਰ ਸਕੀ। ਐਨੇ 'ਚ ਫੈਕਟਰੀ ਮਾਲਕ ਸੁਮਿਤ ਆਪਣੇ ਸਟਾਫ ਨਾਲ ਇੱਕ ਵੱਡਾ ਸਾਰਾ ਕੇਕ ਲੈ ਕੇ ਦਫ਼ਤਰ 'ਚ ਹਾਜ਼ਰ ਹੋਇਆ ਤੇ ਸਾਰੇ ਉੱਚੀ ਉੱਚੀ ਕਹਿਣ ਲੱਗੇ, ਜਨਮ ਦਿਨ ਮੁਬਾਰਕ ਹੋਵੇ ਮਾਤਾ ਜੀ। ਇਹ ਦ੍ਰਿਸ਼ ਦੇਖ ਕੇ ਦੋਵੇਂ बेटा बहुत शर्म दे मारे जमीन 'ਚ ही धस्से जा रहे सन, क्योंकि ਉਹਨਾਂ ਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਅੱਜ ਉਹਨਾਂ ਦੀ ਮਾਂ ਦਾ ਜਨਮ ਦਿਨ ਹੈ। ਸਾਰਿਆਂ ਨੇ ਮਮਤਾ ਜੀ ਨੂੰ ਘੇਰ ਲਿਆ। ਮਮਤਾ ਜੀ ਆਪਣਾ ਜਨਮ ਦਿਨ ਮਨਾਉਣ 'ਚ ਰੁੱਝ ਗਈ। ਉਹ ਦੋਵੇਂ ਇੱਕ ਕੋਨੇ 'ਚ ਨੀਵੀਂ ਪਾਈ ਖੜੇ ਸਨ। ਧੰਨਵਾਦ।